ਘੋੜਿਆਂ ਦਾ ਸ਼ੌਕ ਦੀ ਹੱਦ ਤੱਕ ਹੈ ਜਾਂ ਜ਼ਰੂਰਤ ਦੀ ਹੱਦ ਤੱਕ ਹੈ? ਦੁਨੀਆ ਦਾ ਮਹਿੰਗਾ ਕੰਮ, ਮਹਿੰਗਾ ਕਾਰੋਬਾਰ ਜਿਹੜਾ ਹੈ ਉਹ ਘੋੜੇ ਦਾ ਤੇ ਲੋਹੇ ਦਾ ਹੈ। ਘੋੜਿਆਂ ਦਾ ਸ਼ੌਕ ਹੈ ਜਾਂ ਕਿਸੇ ਖਾਸ ਘੋੜਿਆਂ ਦੀ ਨਸਲ ਦਾ ਸ਼ੌਕ ਹੈ? ਬਾਹਰੋਂ ਅੰਗਰੇਜ਼ ਵੀ ਆਇਆ ਇੱਥੇ, ਮੁਗਲ ਵੀ ਆਏ ਇੱਥੇ, ਤੁਗਲਕ ਵੀ ਆਏ ਇੱਥੇ, ਗੌਰੀ ਵੀ ਆਏ ਇੱਥੇ, ਅਹਿਮਦ ਸ਼ਾਹ ਅਬਦਾਲੀ ਵੀ ਆਇਆ ਇੱਥੇ, ਨਾਦਰ ਸ਼ਾਹ ਦੁਰਾਨੀ ਸਾਹਿਬ ਵੀ ਇੱਥੇ ਆ ਗਿਆ, ਮੁਹੰਮਦ ਗੌਰੀ ਸਾਹਿਬ ਵੀ ਇੱਥੇ ਆ ਗਿਆ, ਮੁਹੰਮਦ ਬਿਨ ਕਾਸਮ ਵੀ ਆਇਆ। ਉਹਨਾਂ ਦੇ ਘੋੜੇ ਇੱਥੇ ਬਰੀਡਿੰਗ ਕਰਦੇ ਕਰਾਉਂਦੇ ਰਹੇ ਨੇ ਇੱਥੇ ਮੁਖਤਲਿਫ ਸ਼ਕਲਾਂ ਨਾਲ ਦੀਆਂ। ਪਰ ਘੋੜਾ ਤੇਜ਼ ਹੋਵੇ, ਦਲੇਰ ਹੋਵੇ, ਅਸੀਲ ਹੋਵੇ, ਚਰਕਾ ਹੋਵੇ, ਨਰਮ ਹੋਵੇ। ਘੋੜੇ ਤੇ ਘੋੜਾ ਮਿਲਾਇਆ ਤੇ ਬੱਚਾ ਹੀ ਪੈਦਾ ਹੋਣਾ ਪਿੱਛੋਂ, ਕਿ ਮੋਢਾ ਤੇ ਪੈਦਾ ਹੋਣਾ ਨਹੀਂ। ਅਦਰ ਇਹ ਸਮਾਨ ਦੀ ਕੀ ਡੇਟ, ਕਿਸ ਮਕਸਦ ਲਈ? ਪੁਰਾਣਾ ਸ਼ੌਕ ਹੈ ਲੋਕ ਵਿਰਸਾ ਚੀਫ ਗੈਸਟ ਆਵੇ ਉਹਦੇ ਥੱਲੇ ਦਰੀ ਘੋੜੇ ਦੀ, ਮੇਰੇ ਵਾਲਦ ਸਾਹਿਬ ਦੀ ਨੇਜ਼ਾ ਉਸਨੇ ਭੇਜਿਆ ਵੀ ਉਹ ਘੋੜੇ ਦਾ ਨਾਂ ਕੀ, ਉਹ ਸ਼ੇਰਾ ਜੰਮਿਆ ਹੈ ਤੇ ਉਹਦੇ ਕੰਨ 'ਚ ਤਕਬੀਰਾਂ ਕਹਿ ਰਹੇ ਨੇ ਸ਼ੌਕੀਨ ਹਜ਼ਰਾਤ। ਅੱਲਾਹੁ ਅਕਬਰ ਸੱਜੇ ਕੰਨ 'ਚ ਤਕਬੀਰ ਵਾਲੀ, ਉਹ ਖੱਬੇ ਕੰਨ 'ਚ। ਉਹ ਮੈਂ ਵੇਖ ਕੇ ਬੜਾ ਪਰੇਸ਼ਾਨ ਹੋਇਆ। ਜਿਹੜਾ ਭੇਜਣ ਵਾਲਾ ਸੀ ਮੇਰਾ ਭਰਾ, ਉਹਨੂੰ ਮੈਂ ਕਿਹਾ ਯਾਰ ਇਹ ਵੇਖ ਲੈ ਵੀ ਤਕਬੀਰ ਕੁਰਾਨ ਸ਼ਰੀਫ ਤਾਂ ਇਨਸਾਨ ਦੇ ਨਾਜ਼ਲ ਹੋਇਆ ਨਾ ਜੀ, ਜਾਨਵਰ ਤੇ ਨਹੀਂ ਹੋਇਆ। ਆਪਣੇ ਮਖਾ ਮੌਲਵੀ ਸਾਹਿਬ ਨੇ ਤਕਰੀਰਾਂ ਅਜ਼ਾਨਾਂ ਦਿੱਤੀਆਂ ਨੇ ਆਪਾਂ ਨੂੰ ਕੰਨਾਂ ਦੇ ਵਿੱਚ, ਤਕਬੀਰਾਂ ਵੀ ਦਿੱਤੀਆਂ, ਅਜ਼ਾਨ ਵੀ ਦਿੱਤੀ। ਆਪਾਂ ਦਾ ਅਸਰ ਹੋਇਆ ਕੋਈ ਨਹੀਂ ਜਾਂਦਾ ਤਕਬੀਰ ਦਾ, ਅਜ਼ਾਨ ਦਾ। ਡੰਗਰ ਨੂੰ ਕਿੱਦਾਂ ਹੋ ਜਾਏਗਾ ਜੀ? ਆਪਾਂ ਤਾਂ ਬੰਦੇ ਦੇ ਪੁੱਤਰ ਬਣੇ ਨਹੀਂ, ਇਨਸਾਨ ਦੇ ਬੱਚੇ ਬਣੇ ਨਹੀਂ ਨਾ, ਇਨਸਾਨ ਦੇ ਬੱਚਿਆਂ ਵਾਲੇ ਕੰਮ ਨੇ ਆਪਣੇ। ਇਹ ਡੰਗਰ ਨੂੰ ਕਿੱਦਾਂ ਅਸਰ ਹੋ ਜਾਏਗਾ? ਸਹੀ ਹੈ। ਫਿਰ ਇੱਕ ਬੰਦੇ ਨੇ ਹੋਰ ਨੇ ਦੋਸਤ ਭੇਜ ਦਿੱਤੀ, ਉਹ ਜਨਾਬ ਜੀ ਸ਼ੇਰਾ ਜੰਮਿਆ ਜੋ ਪਾ ਕੇ ਨਾ ਚੂਲੇ ਦੇ ਵਿੱਚ ਕੱਪੜੇ 'ਚ ਉਹਨੂੰ ਝੋਟੇ ਦੇ ਰਹੇ ਨੇ। ਇਹ ਜੀ ਕੀ ਹੋ ਰਿਹਾ ਜੀ? ਇਹ ਜੀ ਹੋ ਰਿਹਾ ਜੀ ਇਹ ਨਰਮ ਘੋੜਾ ਬਣੇਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਆਪਣੀਆਂ ਮਾਵਾਂ ਨੇ ਆਪਾਂ ਨੂੰ ਝੋਟੇ ਦਿੱਤੇ ਪੀਂਘਾਂ 'ਚ ਪਾ ਕੇ, ਅੱਡ ਗਏ ਪੀਂਘਾ ਮੰਜੀ ਦੇ ਨਾਲ ਜਾਂ ਪੰਗੂੜਾ ਬਣਾ ਕੇ ਲੱਕੜ ਦਾ, ਆਪਾਂ ਨੂੰ ਝੋਟੇ ਨਹੀਂ ਦਿੱਤੇ? ਦਿੱਤੇ ਨੇ। ਆਪਾਂ ਤਾਂ ਮੈਂ ਨਰਮ ਹੋਏ ਨਹੀਂ, ਨਾ ਦਿਮਾਗ ਆਪਣਾ ਠੰਡਾ, ਨਾ ਜ਼ੁਬਾਨ ਮਿੱਠੀ, ਨਾ ਦਿਲ ਨਰਮ। ਇਹ ਘੋੜਾ ਕਿੱਦਾਂ ਜੇ ਨਰਮ ਹੋ ਜਾਏਗਾ? ਠੀਕ ਆ, ਬਸ ਉਹ ਸ਼ੌਕ ਹੈ, ਉਹ ਸ਼ੌਕ ਦਾ ਹੈ ਬਸ। ਘੋੜਿਆਂ ਦੀ ਗੱਲ ਤੁਸੀਂ ਖੁਦ ਸ਼ੁਰੂ ਕਰ ਲਈ ਹੈ। ਹਾਂਜੀ। ਘੋੜਿਆਂ ਦਾ ਸ਼ੌਕ ਦੀ ਹੱਦ ਤੱਕ ਹੈ ਜਾਂ ਜ਼ਰੂਰਤ ਦੀ ਹੱਦ ਤੱਕ ਹੈ? ਨਹੀਂ, ਜ਼ਰੂਰਤ ਹੁਣ ਕੋਈ ਨਹੀਂ ਘੋੜੇ ਦੀ। ਹੁਣ ਘੋੜੇ ਦੀ ਜ਼ਰੂਰਤ ਨਹੀਂ ਹੈ। ਹੁਣ ਤਾਂ ਘੋੜੇ ਦੀ ਜ਼ਰੂਰਤ, ਕਿਸੇ ਦੇ ਘੋੜੇ 'ਤੇ ਚੜ੍ਹ ਕੇ ਕਿਸੇ ਕੋਲ ਚਲੇ ਜਾਈਏ ਨਾ, ਤੇ ਉਹ ਕਹਿੰਦਾ, ਉਹ ਦਿਲ 'ਚ ਕਹਿੰਦਾ ਵੀ ਇਹ ਤਾਂ ਮੁਸੀਬਤ ਪੈ ਗਈ, ਨਾਲ ਟੱਟੂ ਵੀ ਲੈ ਆਇਆ, ਇਹਨੂੰ ਕਿਤੇ ਨਹੀਂ ਆਉਣਾ ਆਪਾਂ। ਸਹੀ ਥਾਂ ਹੀ ਨਹੀਂ। ਹਾਂ, ਥਾਂ ਹੀ ਕੋਈ ਨਹੀਂ, ਬੰਨਣ ਵਾਲੇ ਬੰਦੇ ਹੀ ਕੋਈ ਨਹੀਂ। ਉਹ ਬੰਨਣਗੇ ਜਾਂ ਬੰਨਣਗੇ ਕਿਸੇ ਪੀਪੇ ਨਾਲ, ਜਾਂ ਬੰਨਣਗੇ ਕਿਸੇ ਡਰਮ ਨਾਲ, ਜਾਂ ਬੰਨਣਗੇ ਕਲਟੀਵੇਟਰ ਨਾਲ। ਤੇ ਘੋੜਾ ਡਰੇ ਆਪ ਵੀ ਮਰੇ, ਬੰਦਿਆਂ ਨੂੰ ਵੀ ਮਾਰੇ। ਹੁਣ ਤਾਂ ਬੰਦੇ ਗੱਡੀ 'ਤੇ ਗਏ, ਮੋਟਰਸਾਈਕਲ 'ਤੇ ਗਏ, ਨਾਲੇ ਚਾਬੀ ਘੁਮਾਉਂਦੇ ਰਹੇ ਕਰਕੇ, ਨਾਲੇ ਗੱਪਾਂ ਲਾਉਂਦੇ ਰਹੇ। ਉੱਥੇ ਪਾਣੀ ਚਾਹ ਪੀਤਾ, ਬਦਲ ਤੋਂ ਬਾਅਦ ਹੋਇਆ ਹੁੰਦਾ, ਬਸ ਖਰਾਬ ਹੋ ਗਿਆ। ਘੋੜੇ ਨੂੰ ਕੌਣ ਕਿੱਥੇ ਬੰਨੇ ਜੀ? ਹੁਣ ਸਿਰਫ ਇਹ ਸ਼ੌਕ ਹੀ ਹੈ। ਇਹ ਸ਼ੌਕ ਹੈ, ਇਹਨੂੰ ਮਤਲਬ ਜ਼ਿੰਦਾ ਰੱਖਣ ਵਾਸਤੇ ਵੀ ਇਹ ਜ਼ਿੰਦਾ ਰਵੇ, ਘੋੜਾ ਮੁੱਕ ਨਾ ਜਾਵੇ ਦੁਨੀਆ ਤੋਂ। ਬਈ ਇਹਨੂੰ ਬੰਦੇ ਕੋਈ ਨੇਜ਼ਾਬਾਜ਼ੀ 'ਤੇ ਲਾ ਲਏ, ਕੋਈ ਨੱਚਣ 'ਤੇ ਲਾਈ ਖੜਿਆ, ਕੋਈ ਜੰਪਿੰਗ 'ਤੇ ਲਾਈ ਖੜਿਆ, ਕੋਈ ਦੌੜ 'ਤੇ ਲਾਈ ਖੜਿਆ। ਦੁਨੀਆ ਦਾ ਮਹਿੰਗਾ ਕੰਮ ਜਿਹੜਾ ਹੈ ਨਾ, ਦੁਨੀਆ ਦਾ ਮਹਿੰਗਾ ਕੰਮ, ਮਹਿੰਗਾ ਕਾਰੋਬਾਰ ਜਿਹੜਾ ਹੈ ਉਹ ਘੋੜੇ ਦਾ ਤੇ ਲੋਹੇ ਦਾ ਤੇ ਘੋੜੇ ਦਾ। ਇਹ ਮਹਿੰਗਾ ਕਾਰੋਬਾਰ ਦੁਨੀਆ ਦਾ। ਇਹਨੂੰ ਜ਼ਿੰਦਾ ਰੱਖਣ ਵਾਸਤੇ ਮੈਨੂੰ ਸ਼ੌਕ ਹੈ। ਮੈਂ ਸਵਾਰੀ ਕਰਨਾ, ਮੈਂ ਚੜ੍ਹਨਾ ਆਪ। ਮੈਂ 5-7 ਕਿਲੋਮੀਟਰ 8 ਕਿਲੋਮੀਟਰ ਚੜ੍ਹ ਕੇ ਨਾ ਆਪਣੇ ਰਕਬੇ ਨੂੰ ਫੇਰਾ ਚੇਰਾ ਮਾਰ ਕੇ, ਮੈਂ ਹਰ ਬੰਨਾ ਪਾਰਾ ਖਾਲਾ ਬੰਨਾ ਸੰਭਾਲ ਕੇ ਆਉਣਾ ਹੁੰਦਾ, ਭਾਵੇਂ ਸੁਬਾਹ ਭਾਵੇਂ ਸ਼ਾਮ। ਅੱਛਾ, ਹੁਣ ਵੀ ਆਪ ਉੱਤੇ ਮੈਂ ਚੜ੍ਹਨਾ 8-10 ਕਿਲੋਮੀਟਰ ਰੋਜ਼ਾਨਾ। ਉਹ ਮੇਰੀ ਸੀੜੀ ਬਣੀ ਖੜੀ ਹੈ, ਉੱਥੋਂ ਮੈਂ ਚੜ੍ਹਨਾ, ਰਕਾਬ 'ਤੇ ਮੈਂ ਨਹੀਂ ਚੜ੍ਹ ਸਕਦਾ, ਤੇ ਮੈਂ ਚੜ੍ਹਨਾ। ਸ਼ਾਮ ਮੌਸਮ ਵਿੱਚ ਸ਼ਾਮ ਚੜ੍ਹ ਗਿਆ, ਸਵੇਰੇ ਮੈਂ ਬਾਹਰ ਫੇਰਾ ਸ਼ੇਰਾ ਮਾਰਦਾ, ਆਪਣਾ ਕੰਮ ਜ਼ਿੰਮੇਦਾਰਾ ਖੁਦ ਕਾਜ ਸਾਰਾ। ਫੇਰਾ ਨਾ ਮਾਰਾਂ ਘੋੜੇ ਤੇ ਮੈਂ ਡਿਸਟਰਬ ਹੋ ਜਾਣਾ ਨਾ ਸਾਰੇ ਮਾਮਲਾਤ। ਸਰਦੀਆਂ ਹੀ ਮੇਰੇ ਲੌਂਗ ਰਾਈਡਿੰਗ ਹੁੰਦੀ ਮੇਰੀ, 30-35 ਮੀਲ ਤੱਕ, 40-40 ਕਿਲੋਮੀਟਰ ਤੱਕ ਜਾਣਾ, ਦੋਸਤਾਂ ਕੋਲ ਜਾਣਾ ਮੈਂ ਕਰਨਾ। ਬੈਠੇ ਨਾ ਕੋਈ ਪੜ੍ਹਦੇ ਨੇ ਐਕਸ਼ਨ ਕਾਲਜ, ਉਹ ਵੀ ਸਵਾਰੀ ਕਰਦੇ ਨੇ। ਬਸ ਇਹ ਚਲੋ ਇਸ ਤਰੀਕੇ ਨਾਲ। ਕੋਈ ਇਹਦੇ ਵਿੱਚੋਂ ਇਹ ਵੀ ਹੈ ਵੀ ਬੱਚਾ ਕੁਛ ਪੈਦਾ ਵੀ ਹੋ ਗਿਆ, ਕੋਈ ਬਛੇਰਾ ਜੰਮ ਪਿਆ, ਕੋਈ ਬਛੇਰੀ ਜੰਮ ਪਈ, ਕੋਈ ਵਿਕ ਗਿਆ, ਕੋਈ ਮਰ ਗਿਆ, ਕੋਈ ਦੋਸਤਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਵੀ ਚੱਲਦਾ ਰਹਿੰਦਾ ਨਾ। ਘੋੜਿਆਂ ਦਾ ਸ਼ੌਕ ਹੈ ਜਾਂ ਕਿਸੇ ਖਾਸ ਘੋੜਿਆਂ ਦੀ ਨਸਲ ਦਾ ਸ਼ੌਕ ਹੈ? ਪਰ ਘੋੜੀ ਦੇਸੀ, ਆਪਣੀ ਦੇਸੀ ਬਰੀਡ ਇੱਥੇ, ਆਪਣੇ ਇੱਥੇ ਦੇਸੀ ਬਰੀਡ ਹੈ ਅਸਲ, ਜਿਹੜੀ ਪਿਓਰ ਦੇਸੀ ਹੈ ਨਾ, ਪਿਓਰ ਦੇਸੀ ਜਿਹਨੂੰ ਕਹਿੰਦੇ ਨੇ, ਦੇਸੀ ਪਿਓਰ। ਉਹ ਜਿਹੜੇ ਘੋੜੇ ਨਹੀਂ ਫਿਰਦੇ ਟੱਟੂਆ ਟਾਂਗਿਆਂ ਤੇ ਗਿਆ, ਪੱਖੀ ਵਾਸਾਂ ਨੇ, ਆਹ ਜਿਹੜਾ ਕੀ ਕਹਿੰਦੇ ਨੇ ਤੁਸੀਂ, ਖਾਨਾ ਬਦੋਸ਼ ਤੁਹਾਡੀ ਜ਼ੁਬਾਨ 'ਚ ਕਹਿੰਦੇ ਨੇ, ਸਿਆਲ ਕੋਟੀਏ, ਪੱਖੀ ਵਾਸ ਹੈ, ਰੇੜੀਆਂ ਤੇ ਜੋੜੇ ਹੁੰਦੇ ਨੇ। ਬਿਲਕੁਲ, ਕੌਂਤੇ ਵੀ ਆਉਂਦੇ ਨੇ ਉਹਨਾਂ ਨੂੰ। ਕੌਂਤੇ ਤੁਹਾਡੇ ਆ ਪੱਖੀ ਵਾਸ ਝੁੱਗੀਆਂ ਵਾਲੇ, ਆ ਨਿੱਕੇ ਨਿੱਕੇ ਟੱਟੂ ਰੱਖੇ ਇਹਨਾਂ ਨੇ, ਔਰ ਰੇੜੀਆਂ ਦੇ ਜੋੜੇ ਹੁੰਦੇ, ਉੱਤੇ ਬਾਲ ਪਾਏ ਹੁੰਦੇ ਨੇ, ਉੱਤੇ ਡਿਚ ਹੁੰਦੀਆਂ ਨੇ ਸੜਕਾਂ ਉੱਤੇ। ਅਸਲ ਦੇਸੀ ਉਹ ਨੇ। ਇਹ ਜਿਹੜੇ ਘੋੜੇ ਨੇ ਸਾਰੇ, ਇਹ ਘੋੜੇ ਜਿਹੜੇ ਬਾਹਰੋਂ ਅੰਗਰੇਜ਼ ਵੀ ਆਇਆ ਇੱਥੇ, ਮੁਗਲ ਵੀ ਆਏ ਇੱਥੇ, ਤੁਗਲਕ ਵੀ ਆਏ ਇੱਥੇ, ਗੌਰੀ ਵੀ ਆਏ ਇੱਥੇ, ਅਹਿਮਦ ਸ਼ਾਹ ਅਬਦਾਲੀ ਵੀ ਆਇਆ ਇੱਥੇ, ਨਾਦਰ ਸ਼ਾਹ ਦੁਰਾਨੀ ਸਾਹਿਬ ਵੀ ਇੱਥੇ ਆ ਗਿਆ, ਮੁਹੰਮਦ ਗੌਰੀ ਸਾਹਿਬ ਵੀ ਇੱਥੇ ਆ ਗਏ, ਮੁਹੰਮਦ ਬਿਨ ਕਾਸਮ ਵੀ ਆਇਆ। ਉਹਨਾਂ ਦੇ ਘੋੜੇ ਇੱਥੇ ਬਰੀਡਿੰਗ ਕਰਦੇ ਕਰਾਉਂਦੇ ਰਹੇ ਨੇ ਇੱਥੇ। ਉਹੀ ਨਸਲ ਫਿਰਦੀ ਹੈ। ਹੁਣ ਜਿਤਨੇ ਵੀ ਘੋੜੇ ਇਕੱਠੇ ਕਰ ਲਓ ਆਪਣੇ ਇੱਥੇ ਤੁਸੀਂ, ਇਹਨਾਂ ਦੀ ਸ਼ਕਲ ਇੱਕ ਨਹੀਂ ਹੈ, ਮੁਖਤਲਿਫ ਸ਼ਕਲਾਂ ਇਹਨਾਂ ਦੀਆਂ, ਸਾਰੇ ਡਿਫਰੈਂਟ, ਕਿਉਂਕਿ ਬਲੱਡ ਲਾਈਨ ਇਹਨਾਂ ਦੀ ਮੁਖਤਲਿਫ ਹੈ ਨਾ। ਤੇ ਲੋਕ ਉਹਨਾਂ ਨੂੰ ਦੇਸੀ ਕਹਿੰਦੇ ਨੇ। ਪਰ ਘੋੜਾ ਤੇਜ਼ ਹੋਵੇ, ਦਲੇਰ ਹੋਵੇ, ਅਸੀਲ ਹੋਵੇ, ਚਰਕਾ ਹੋਵੇ, ਨਰਮ ਹੋਵੇ, ਅੱਛਾ ਟੈਂਪਰਾਮੈਂਟ ਹੋਵੇ, ਦਿਮਾਗ ਵਾਲਾ ਹੋਵੇ, ਪਾਗਲ ਨਾ ਹੋਵੇ, ਬਸ ਉਹ ਘੋੜਾ ਅੱਛਾ ਹੈ। ਉਹ ਮਿਆਰ ਹੈ। ਹੋਰ
ਉਹ ਕਹੇਗੀ ਆ ਦੇਸੀ ਹੈ ਜੀ, ਫਲਾਣਾ ਹੈ ਜੀ, ਫਲਾਣਾ ਹੈ। ਅਰਬ ਜਿਹੜਾ ਹੈ ਉਹਨਾਂ ਨੇ ਕੰਮ ਕੀਤਾ, ਅਰਬੀਆਂ ਨੇ ਮਹਿੰਗਾ ਘੋੜਾ ਹੈ, ਉਹਨਾਂ ਕੰਮ ਕੀਤਾ, ਵਰਕ ਕੀਤਾ, ਉਹਨਾਂ ਬਣਾਏ ਨੇ, ਜਾਂ ਯੂਰਪੀਅਨ ਨੇ ਆਪਣੇ ਘੋੜੇ ਥੋਰੋਬਰਡ ਬਣਾਏ ਨੇ, ਉਹਨਾਂ ਬਣਾਏ ਨੇ, ਉਹਨਾਂ ਡਿਵੈਲਪ ਹੈ ਜੀ। ਚੱਲਣ ਵਾਲੇ ਦੌੜਨ ਵਾਲੇ ਘੋੜੇ ਥੋਰੋਬਰਡ, ਤੇਜ਼ ਘੋੜਾ ਦੁਨੀਆ ਦਾ ਥੋਰੋਬਰਡ ਹੀ ਹੈ, ਜਿਹੜਾ ਰੇਸਾਂ ਦੇ ਦੌੜਦੇ ਨੇ, ਜਿਨ੍ਹਾਂ ਦੇ ਅਰਬਾਂ ਰੁਪਈਆਂ ਦਾ ਜੂਆ ਲੱਗਦਾ ਹੈ, ਬਿਲਕੁਲ ਕੀਮਤਾਂ ਹੀ ਬੜੀਆਂ ਨੇ। ਜਾਂ ਇੰਡੀਆ ਵਾਲੇ ਮਾਰਵਾੜੀ ਤੇ ਕੰਮ ਕਰ ਰਹੇ ਨੇ, ਕਾਠੀਆਵਾੜੀ ਦਾ ਉਹਨਾਂ ਦਾ ਸਖਤ ਘੋੜਾ ਹੈ, ਉਸ ਤੇ ਨਹੀਂ ਕੰਮ ਕਰ ਰਿਹਾ, ਮਾਰਵਾੜੀ ਤੇ ਕਰ ਰਹੇ ਨੇ, ਠੀਕ ਹੈ, ਉਹ ਵੀ ਕਰ ਰਹੇ ਨੇ। ਬਾਕੀ ਇੱਥੇ ਜਿਹੜਾ ਹੈ, ਇੱਥੇ ਕੋ ਮੈਂ ਤੁਹਾਨੂੰ ਕਹਾਂਗਾ ਜੀ ਮੈਂ ਬੜਾ ਕੰਮ ਕਰ ਰਿਹਾ ਘੋੜਿਆਂ ਦੇ, ਬੜਾ ਜੀ ਮੈਂ ਬਰੀਡਿੰਗ ਪੈਦਾ ਕਰ ਰਿਹਾ, ਬੜਾ ਜੀ ਮੈਂ ਬਰੀਡਿੰਗ ਕਰ ਰਿਹਾ, ਬਸ ਇਹ ਮੈਂ ਕਰ ਰਿਹਾ ਵੀ ਘੋੜੇ ਮੋਟੇ ਨੇ, ਫਲਾਣਾ ਚੰਗਾ ਘੋੜਾ ਮੇੜ ਲਓ ਜੀ, ਬੱਚਾ ਪੈਦਾ ਹੋ ਜਾਏਗਾ, ਚਲੋ ਠੀਕ ਹੈ ਜੀ, ਬਸ ਉਹ ਬਰੀਡਿੰਗ ਛੱਡਣਗੇ, ਮੈਨੂੰ ਕਿਹੜਾ ਪਤਾ ਬਰੀਡਿੰਗ ਦਾ, ਠੀਕ ਹੈ ਜੀ ਵਲੀਮੇ ਦੇ ਰੋਟੀ ਖਾਣੇ ਦਾ ਮੈਨੂੰ ਪਤਾ ਕੋਈ ਨਹੀਂ, ਬਰੀਡਿੰਗ ਮੈਂ ਕਰ ਲਾਂਗਾ, ਕਿਉਂ ਜੀ? ਨਹੀਂ ਉੱਥੇ ਅੱਗੇ ਬੱਚੇ ਵੇਖੇ ਨੇ ਇਹਨਾਂ ਦੇ ਨਾਲ ਬਹੁਤ, ਉਹ ਬੱਚੇ ਪੈਦਾ ਹੋ ਜਾਂਦੇ ਨੇ, ਕੁਦਰਤੀ ਅੰਬ ਲੈ ਘੋੜਾ ਘੋੜੀ ਦੀ ਮਿਲਾਇਆ, ਬੱਚੇ ਤਾਂ ਪੈਦਾ ਹੋਣਾ ਹੀ ਆ, ਬੱਚੇ ਨੇ ਪੈਦਾ ਹੋਣਾ ਵਿੱਚੋਂ, ਘੋੜੇ ਤੇ ਘੋੜਾ ਮਿਲਾਇਆ ਤੇ ਬੱਚਾ ਹੀ ਪੈਦਾ ਹੋਣਾ ਵਿੱਚੋਂ, ਕਿ ਮੋਢਾ ਤੇ ਪੈਦਾ ਹੋਣਾ ਨਹੀਂ ਅਦਰ ਸਾਹਿਬ, ਬਿਲਕੁਲ ਜੇ ਕੁਰਸੀ ਤੇ ਪੈਦਾ ਹੋਣੀ, ਬੱਚਾ ਹੀ ਪੈਦਾ ਹੋਣਾ ਹੈ। ਤੇ ਗੱਲ ਹੈ ਵੀ ਜਿਹੜੀ ਬਰੀਡਿੰਗ ਵਾਲੀ ਗੱਲ ਹੈ, ਜੀ ਬਰੀਡਿੰਗ ਬੜਾ ਔਖਾ ਮਸਲਾ ਹੈ, ਬਰੀਡਿੰਗ ਜਿਹੜੀ ਹੈ ਹਰ ਗੱਲ ਵੇਖਣੀ ਪੈਂਦੀ, ਘੋੜੇ ਦਾ ਕੱਦ, ਬਿਮਾਰੀ, ਸਾਰੀਆਂ ਗੱਲਾਂ ਵੇਖਣੀਆਂ ਪੈਂਦੀਆਂ ਨੇ, ਸਾਰਾ ਨਾਪ ਤੋਲ ਕਰਨਾ ਪੈਂਦਾ ਹੈ। ਬਰੀਡਿੰਗ ਕਿੱਥੋਂ ਕਰ ਲਾਂਗੇ ਆਪਾਂ? ਸਹੀ ਹੋ ਆਪਾਂ ਬਰੀਡਿੰਗ ਕਰਨ ਵਾਲੇ ਹੁੰਦੇ ਘੋੜਿਆਂ ਦੀ ਜਾਂ ਮੱਝਾਂ ਦੀ ਜਾਂ ਗਾਵਾਂ ਦੀ ਜਾਂ ਭੇਡਾਂ ਦੀ ਜਾਂ ਬੱਕਰੀਆਂ ਦੀ, ਅਸੀਂ ਮੁਲਕ ਦਾ ਹਾਲੇ ਕਰਨਾ ਸੀ। ਸਾਡੀ ਰੇਲਵੇ ਲਾਈਨ ਦੀ ਤੁਸੀਂ ਬਰੀਡਿੰਗ ਕਰ ਨਹੀਂ ਸਕੇ, ਖਰਾਬ ਕਰਤਾ, ਫੇਲ ਕਰਤੀ। ਬਿਲਕੁਲ ਮਹਿਕਮਾ ਹੈਲਥ ਅਸੀਂ ਫੇਲ ਕਰਤਾ, ਜੰਗਲਾਤ ਅਸੀਂ ਫੇਲ ਕਰ ਦਿੱਤਾ, ਕੋਈ ਹੋਰ ਤਲੀਮ ਦਾ ਮਹਿਕਮਾ ਅਸੀਂ ਫੇਲ ਕਰ ਦਿੱਤਾ, ਕੋਈ ਹੋਰ ਸਾਡੇ ਮਹਿਕਮੇ ਸਾਡੇ ਕੋਲ ਫੇਲ ਕਰ ਦਿੱਤੇ। ਉਹਨਾਂ ਦੀ ਤਾਂ ਬਰੀਡਿੰਗ ਅਸੀਂ ਬਿਹਤਰੀ ਕਰ ਨਹੀਂ ਸਕੇ, ਇਹਨਾਂ ਦੀ ਬਰੀਡਿੰਗ ਕਿੱਥੋਂ ਕਰ ਲਾਂਗੇ ਆਪਾਂ? ਪਰ ਠੀਕ ਹੈ, ਬਸ ਅੱਲਾ ਦਾ ਸ਼ੁਕਰ ਹੈ, ਚਲੋ ਬਸ ਜਿੰਦਾ ਹੈ ਬਸ। ਹਾਂ ਬਰੀਡਿੰਗ ਨਹੀਂ ਹੁੰਦੀ, ਬਰੀਡਿੰਗ ਮੁਸ਼ਕਿਲ ਹੈ, ਪਰ ਠੀਕ ਹੈ, ਘੋੜੇ ਮੋਟੇ ਹੋਣ, ਕੱਦ ਵਾਲੇ ਹੋਣ, ਪਰ ਠੀਕ ਹੈ। ਹੁਣ ਦੋਸਤਾਂ ਨੂੰ ਮੈਂ ਵੀ ਵੀਡੀਓ ਵੇਖੀ ਸੀ ਕਿ ਪੁਰਾਣਾ ਤੁਸੀਂ ਸਮਾਨ ਅੱਗੇ ਜਿਹਦੀ ਮੈਨੂੰ ਵੀਡੀਓ ਕਹਿ ਰਹੇ ਹੋ ਬਣਾਓ, ਮੈਂ ਤੁਹਾਨੂੰ ਕਿਹਾ ਕਿ ਤੁਸੀਂ ਖੁਦ ਦੱਸਣਾ ਹੈ ਕਿ ਇਹ ਸਮਾਨ ਦੀ ਕੀ ਡੇਟ, ਕਿਸ ਮਕਸਦ ਲਈ ਸਮਾਨ। ਅਸੀਂ ਤੇ ਉਹ ਲੱਕੜ ਜੀ ਵੇਖੀਏ ਤੇ ਸਾਨੂੰ ਤੇ ਉਹਦਾ ਨਹੀਂ ਪਤਾ ਲੱਗਾ ਕਿ ਉਹ ਨਹੀਂ, ਇਹ ਤਾਂ ਪੁਰਾਣਾ ਲੱਕੜ ਜੀ, ਉਹ ਕਾਠੀਆਂ ਲਾਉਣ ਵਾਸਤੇ ਸਮਾਨ ਪੁਰਾਣੇ ਹਨ ਮੇਰੇ ਕੋਲ। ਯੰਗ ਜਨਰੇਸ਼ਨ ਸਾਨੂੰ ਤੇ ਇਹਦਾ ਕਾਠੀ ਦਾ ਵੀ ਨਹੀਂ ਪਤਾ। ਕਾਠੀ ਘੋੜੇ ਦੀ ਆਏ ਨਾ, ਘੋੜੇ ਕਾਠੀ ਰੱਖ ਲਈਆਂ ਇੱਥੇ, ਘੋੜਾ ਕੋਲ ਲੈਣਾ, ਫਿਰ ਘੋੜੇ ਦੀ ਕਾਠੀ ਪੈ ਗਈ, ਤੁਹਾਡੇ ਦੱਸਣ ਤੋਂ ਬਾਅਦ ਸਮਝ ਆ ਗਈ, ਕਾਠੀ ਪੈ ਕੇ ਘੋੜੇ ਚਲੇ ਗਏ, ਫਿਰ ਘੋੜੇ ਆਏ ਤੇ ਕਾਠੀਆਂ ਲਾਈਆਂ, ਇਸ ਤਰ੍ਹਾਂ ਹੈ। ਤੁਸੀਂ ਮੀਆਂ ਸਾਹਿਬ ਉਹਨਾਂ ਦਾ ਸ਼ੌਕ ਸਾਨੂੰ ਨਾਲ ਖੜ ਕੇ ਜਿਹੜਾ ਨਾ ਉਹ ਕਰਵਾਉਣਾ ਹੈ, ਕਿ ਜਿਹੜਾ ਸਾਨੂੰ ਇੱਕ ਇੱਕ ਚੀਜ਼ ਦੇ ਬਾਰੇ ਤੁਸੀਂ ਦੱਸਣਾ, ਉਹਦੀ ਡੇਟ ਔਰ ਉਹਦੀ ਜ਼ਰੂਰਤ। ਚਲੋ ਦੋਸਤੋ ਨਾਲ ਹੀ ਤੁਹਾਨੂੰ ਖੜਨੇ ਆ। ਮੇਰੀ ਇਹ ਬਸ ਜੀ ਮੈਨੂੰ ਨਾ ਆਪਣਾ ਨਾਦਰ ਸਾਹਿਬ ਜੀ ਜੀ ਇਹ ਪੁਰਾਣਾ ਸ਼ੌਕ ਹੈ, ਲੋਕ ਵਿਰਸਾ, ਬਸ ਉਹ ਮੈਂ ਰੱਖਿਆ ਹੈ ਤੇ ਬਸ ਇਸ ਤਰ੍ਹਾਂ ਹੀ ਹੈ, ਬਸ ਐਵੇਂ ਸ਼ੌਕ ਹੀ ਹੈ। ਤੇ ਲਾਇਆ ਬਰਾਂਡਾ ਜੋ ਖਾਲੀ ਖੜਾ ਹੈ, ਚਲੋ ਲਾ ਦਿਓ ਭਾਈ। ਤੇ ਆ ਤੁਹਾਡੇ ਇਲਾਕੇ ਜਦੋਂ ਸਨ ਚੌਲ ਸੈਲਕੋਟ ਦੇ ਵਿੱਚ, ਜੀ ਜੀ, ਤੇ ਉਸ ਵੇਲੇ ਚੌਲ ਛੜਨ ਦਾ ਜ਼ਮਾਨਾ ਸੀ, ਹੁਣ ਤਾਂ ਮਸ਼ੀਨਰੀ ਦਾ ਹੋ ਰਿਹਾ ਨਾ, ਜੀ ਜੀ, ਉਸ ਥੱਲੇ ਉਖੜੀ ਹੁੰਦੀ ਸੀ, ਥੱਲੇ ਠੀਕ ਹੈ, ਮੋਲੀ ਹੁੰਦੀ ਸੀ ਲੱਕੜ ਦੀ ਉਖੜੀ ਜਿਹੀ, ਉਹਦੇ ਵਿੱਚ ਤਾਈ ਪਾ ਕੇ ਛੱਡਦੇ ਸੀਗੇ। ਆ ਖੜਾ ਆ ਰਿੰਗ ਲੱਗਿਆ ਥੱਲੇ, ਉਹ ਵੇ ਆ ਰਿੰਗ ਲੱਗਿਆ ਥੱਲੇ, ਆ ਦੇਖੋ ਰਿੰਗ ਲੱਗਿਆ, ਬਿਲਕੁਲ। ਹਾਂ ਇਹ ਛੱਡਦੇ ਰਹਿੰਦੇ ਸਨ, ਛੱਡ ਕੇ ਫਿਰ ਛੱਡ ਕੇ ਚੌਲ ਕੱਢ ਲੈ ਵਿੱਚੋਂ, ਸਹੀ ਹੈ, ਉਹ ਤੁੱਕੀ ਜੀ ਪਰਾਂ ਮਾਰੀ ਚਲਾ ਕੇ, ਤੇ ਇਸ ਤਰ੍ਹਾਂ ਸੀ। ਇਹ ਹੈ ਬਸ ਪੁਰਾਣਾ ਸਮਾਨ ਜਾ। ਆ ਜਾਓ ਜੀ ਅੰਦਰ। ਹਾਂ ਇਹਦੇ ਅੰਦਰ ਬੱਤੀ ਬਾਲ ਜਾ। ਕਿਹੜਾ ਅੰਦਰ ਹੈ ਵਾਲਾ? ਇਹ ਵਾਲਾ ਆਇਆ ਵੀ ਹੈ, ਮੈਂ ਥੋੜਾ ਜਿਹਾ, ਚਲੋ 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 ਬੱਤੀ ਬਾਲ ਜਾ। ਆ ਲਾਓ ਨਾ ਦਰੀ ਨੂੰ ਪਹਿਲਾਂ ਖੱਬੇ ਹੱਥ। ਇਹ ਹੁਣ ਫਲਾਸੀ ਹੈ, ਇਹ ਬਣੀ ਹੋਈ ਹੈ ਜੀ ਊਠ ਦੀ, ਉਹਨਾਂ ਦੀ ਊਠ ਦੀ ਜੱਤ ਦੀ, ਠੀਕ ਹੈ, ਊਠ ਤੇ ਬੱਕਰੀ ਦੀ ਜੱਤ ਦੀ ਬਣੀ, ਉਹਨੂੰ ਕਹਿੰਦੇ ਨੇ ਫਲਾਸੀ। ਸਾਡੇ ਰੋਹੀ ਜਿਹੜਾ ਇਲਾਕਾ ਹੈ ਨਾ ਚੌਲਿਸਤਾਨ, ਇੱਥੋਂ ਦਾ ਇਹ ਦਰੀ ਹੁੰਦੀ ਹੈ। ਇਹ ਜਿਹੜਾ ਮਹਿਮਾਨ ਆਵੇ ਨਾ, VIP ਮਹਿਮਾਨ, ਉਹਨਾਂ ਦਾ ਚੀਫ ਗੈਸਟ ਆਵੇ, ਉਹਦੇ ਥੱਲੇ ਦਰੀ ਪਾ ਦੇਣ, ਇਹ ਵਾਲੀ ਦਰੀ। ਹਾਂ, ਉਹਦੇ ਬਿਸਤਰੇ 'ਚ ਵੀ ਪਾ ਦੇਣ, ਥੱਲੇ ਦਰੀ, ਉੱਤੇ ਗੱਦਾ, ਉੱਤੇ ਚਾਦਰ ਹੈ ਜੀ। ਇਹ ਹੈ, ਇਹ ਜਿਹਨੂੰ ਬੰਦਾ ਫਲਾਸੀ ਦੇ ਦਿੰਦੇ ਨਾ, ਜਿਹਨੂੰ, ਉਹ ਸਮਝੋ ਉਹਦੀ ਬੜੀ ਆਨਰ ਹੋਈ, ਬੜੀ ਇੱਜ਼ਤ ਹੋਈ। ਉਹਰੇ ਬੜੀ ਨਰਮ, ਇਹ ਪਤਾ ਚੱਲਦਾ ਕਿ ਆਮ ਨਹੀਂ ਜਿਹੜੀ ਇਹ ਬਣਦੀ ਹੁਣ ਤਾਂ ਨਹੀਂ ਬਣਦੀਆਂ, ਹੁਣ ਨਹੀਂ ਬਣਦੀਆਂ ਉਸ ਤਰ੍ਹਾਂ ਦੀ ਨਹੀਂ ਆਮ, ਹੁਣ ਨਹੀਂ ਬਣਦੀਆਂ, ਹੁਣ ਨਹੀਂ ਬਣਦੀਆਂ, ਹੁਣ ਨਹੀਂ ਬਣਦੀਆਂ। ਇਹ ਮੈਂ ਇੱਕ ਚੀਜ਼ ਹੋਰ ਵੇਖਣਾ ਪਿਆ ਹੈ, ਕੀ ਹੁਣ ਪਰ ਇਹਦਾ ਕੁਲਾੜੀ ਹੈ ਬੜੀ ਆਮ। ਆਹ ਸਾਂਗ ਹੈ ਲੰਮੀ ਘੋੜੇ ਦੀ, ਮੇਰੇ ਵਾਲਦ ਸਾਹਿਬ ਦੀ ਨੇਜ਼ਾ, ਨੇਜ਼ਾਬਾਜ਼ੀ ਵਾਸਤੇ। ਇਹ ਕਿਤਨਾ ਕੁ ਪੁਰਾਣਾ ਹੈ? ਇਹ ਤਾਂ ਹੋਵੇਗਾ 70 80 ਸਾਲ ਪੁਰਾਣਾ।